ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਸੁਖਰਾਜ ਕੌਰ ਫਰੋਮ ਡਿਪਸ ਮਹਿਤਾ। ਪਿਆਰੇ ਬੱਚਿਓ, ਅੱਜ ਅਸੀਂ ਕਰਾਂਗੇ ਕਹਾਣੀ ਬੱਸ ਕੰਡਕਟਰ ਦੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਜਿਨ੍ਹਾਂ ਦੇ ਉੱਤਰ ਸਿਰਫ ਇੱਕ ਲਾਈਨ ਵਿੱਚ ਜਾਂ ਇੱਕ ਸ਼ਬਦ ਵਿੱਚ ਦਿੱਤੇ ਜਾ ਸਕਦੇ ਆ। ਕੁਝ ਸ਼ਬਦਾਂ ਦੀ ਵਰਤੋਂ ਕਰਕੇ ਜਾਂ ਇੱਕ ਲਾਈਨ ਦੀ ਵਰਤੋਂ ਕਰਕੇ ਇਸਨਾਂ ਦੇ ਉੱਤਰਾਂ ਨੂੰ ਲਿਖਿਆ ਜਾ ਸਕਦਾ ਹੈ। ਸੋ ਆਓ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਪਾਲੀ ਦੀ ਬਦਲੀ ਕਿੱਥੋਂ ਕਿੱਥੇ ਦੀ ਹੋ ਗਈ ਸੀ? ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ ਸੀ। ਪਾਲੀ ਹਸਪਤਾਲ ਵਿੱਚ ਕੀ ਲੱਗੀ ਹੋਈ ਸੀ? ਪਾਲੀ ਹਸਪਤਾਲ ਵਿੱਚ ਲੇਡੀ ਡਾਕਟਰ ਸੀ। ਪਾਲੀ ਨੂੰ ਬੱਸ ਦੇ ਸਫ਼ਰ ਵਿੱਚ ਕੀ ਚੰਗਾ ਨਹੀਂ ਲੱਗਦਾ ਸੀ? ਕਿਹੜੀਆਂ ਚੀਜ਼ਾਂ ਸੀ ਜੋ ਬੱਸ ਦੇ ਸਫ਼ਰ ਦੌਰਾਨ ਪਾਲੀ ਨੂੰ ਪਸੰਦ ਨਹੀਂ ਸਨ? ਪਾਲੀ ਨੂੰ ਬੱਸ ਦੇ ਸਫ਼ਰ ਵਿੱਚ ਬੱਸਾਂ ਦੀ ਖੜਖੜ, ਗਰਮੀ, ਪਸੀਨਾ ਆਦਿ ਬਿਲਕੁਲ ਚੰਗਾ ਨਹੀਂ ਲੱਗਦਾ ਸੀ। ਬੱਸ ਦਾ ਕੰਡਕਟਰ ਕਿਹੋ ਜਿਹੀ ਕਿਸਮ ਦਾ ਮੁੰਡਾ ਸੀ? ਸਾਊ ਜਿਹੀ ਕਿਸਮ ਦਾ ਮੁੰਡਾ ਸੀ। ਕੰਡਕਟਰ ਨੇ ਉਸ ਮੁਸਾਫਰ ਨੂੰ ਪਾਲੀ ਬਾਰੇ ਕੀ ਦੱਸਿਆ? ਕੰਡਕਟਰ ਨੇ ਉਸ ਮੁਸਾਫਰ ਨੂੰ ਦੱਸਿਆ ਕਿ ਪਾਲੀ ਹਸਪਤਾਲ ਵਿੱਚ ਡਾਕਟਰਨੀ ਹੈ। ਉਸ ਮੁਸਾਫਰ ਨੂੰ ਪਾਲੀ ਦੀ ਕਿਹੜੀ ਗੱਲ ਚੰਗੀ ਲੱਗਦੀ ਸੀ? ਉਸ ਮੁਸਾਫਰ ਨੂੰ ਪਾਲੀ ਦੀ ਅੱਖ ਦੀ ਸ਼ਰਮ ਵਾਲੀ ਗੱਲ ਚੰਗੀ ਲੱਗਦੀ ਸੀ। ਸੋ ਇਹ ਵੀ ਲਿਖ ਸਕਦੇ ਹਾਂ। ਅਤੇ ਦੂਜਾ ਇਹ ਵੀ ਸੀ ਕਿ ਉਸਨੇ ਉਸਨੂੰ ਕਦੇ ਬੋਲਦਿਆਂ ਨਹੀਂ ਸੀ ਦੇਖਿਆ, ਇਹ ਵੀ ਗੱਲ ਉਹਨੂੰ ਚੰਗੀ ਲੱਗਦੀ ਸੀ। ਜੀਤ ਨੇ ਉਸ ਮੰਚਲੇ ਨੂੰ ਡਾਂਟਦਿਆਂ ਕੀ ਕਿਹਾ? ਜੀਤ ਨੇ ਮੰਚਲੇ ਨੂੰ ਡਾਂਟਦਿਆਂ, ਜਿਸ ਨੇ ਪਾਲੀ 'ਤੇ ਕੁਝ ਮਾੜਾ ਵਿਅੰਗ ਕੱਸਿਆ ਸੀ, ਕਿਹਾ, ਕਿਉਂ ਬਈ ਓਏ, ਜਾਣਦੀ ਹੈ ਸਲਾਹ, ਲਾ ਦਿਆਂ ਹੁਣੇ ਹੀ ਪੁੰਜੇ, ਕਿ ਤੈਨੂੰ ਹੁਣੇ ਹੀ ਬੱਸ ਤੋਂ ਉਤਾਰ ਦਿਆਂ ਜੇ ਤੂੰ ਨਹੀਂ ਜਾਣਾ ਤਾਂ। ਜੇ ਜਾਣਾ ਹੈ ਤਾਂ ਫਿਰ ਪਾਲੀ ਬਾਰੇ ਕੋਈ ਵੀ ਉਲਟੀ ਸਿੱਧੀ ਗੱਲ ਨਹੀਂ ਕਰਨੀ। ਪਾਲੀ ਅਗਲਾ ਪ੍ਰਸ਼ਨ ਹੈ, ਮਾਈ ਨੇ ਟੁੱਟੇ ਪੈਸੇ ਨਾ ਹੋਣ 'ਤੇ ਕੰਡਕਟਰ ਨੂੰ ਕੀ ਕਿਹਾ? ਮਾਈ ਨੇ ਕੰਡਕਟਰ ਨੂੰ ਕਿਹਾ ਕਿ ਜੇ ਟੁੱਟੇ ਪੈਸੇ ਨਹੀਂ ਹਨ ਤਾਂ ਪਟਿਆਲੇ ਜਾ ਕੇ ਦੇ ਦੇਵੇ। ਭਾਵ ਇਹ ਹੈ ਇਹਦਾ ਕਿ ਜਦੋਂ ਪਾਲੀ ਨੇ ਟਿਕਟ ਲੈਣ ਵਾਸਤੇ ਨੋਟ ਫੜਾਇਆ 10 ਦਾ, ਤਾਂ ਉਸਨੂੰ ਜੀਤ ਨੇ ਕਿਹਾ ਕਿ ਉਸ ਕੋਲ ਖੁੱਲ੍ਹੇ ਪੈਸੇ ਨਹੀਂ ਹਨ। ਜਦੋਂ ਮਾਈ ਨੇ ਫੜਾਇਆ ਤਾਂ ਉਸਨੇ ਮਾਈ ਨੂੰ ਕਿਹਾ ਕਿ ਜਾ ਕੇ ਖੁੱਲ੍ਹੇ ਪੈਸੇ ਲੈ ਕੇ ਆਵੇ, ਕਿਉਂਕਿ ਉਸ ਕੋਲ ਖੁੱਲ੍ਹੇ ਪੈਸੇ ਨਹੀਂ ਹਨ ਉਹਨੂੰ ਵਾਪਸ ਦੇਣ ਵਾਸਤੇ। ਮਾਈ ਨੇ ਕਿਹਾ ਕਿ ਜੋ ਵਾਪਸ ਬਾਕੀ ਪੈਸੇ ਬਚਣਗੇ ਉਹ ਜਾ ਕੇ ਪਟਿਆਲੇ ਦੇ ਦੇਵੇ, ਹੁਣੇ ਨਾ ਦੇਵੇ, ਉਦੋਂ ਤੱਕ ਤਾਂ ਹੋ ਜਾਣਗੇ। ਅੱਗੇ ਹੈ, ਜੀਤ ਕੰਡਕਟਰ ਨੇ ਕਿੱਥੇ ਜਾ ਕੇ ਬੱਸ ਰੋਕ ਕੇ ਪਾਲੀ ਨੂੰ ਉਤਰਨ ਲਈ ਕਿਹਾ? ਫੂਲ ਸਿਨੇਮੇ ਕੋਲ ਜਾ ਕੇ। ਭਰੀ ਹੋਈ ਬੱਸ ਵਿੱਚੋਂ ਕੰਡਕਟਰ ਕਿੰਨਾਂ ਸਵਾਰੀਆਂ ਨੂੰ ਉਤਰਨ ਲਈ ਕਹਿ ਰਿਹਾ ਸੀ? ਕੰਡਕਟਰ ਬਿਨਾਂ ਟਿਕਟੋਂ ਸਵਾਰੀਆਂ ਨੂੰ ਉਤਰਨ ਲਈ ਕਹਿ ਰਿਹਾ ਸੀ। ਕੰਡਕਟਰ ਨੇ ਭਰੀ ਹੋਈ ਬੱਸ ਵਿੱਚ ਪਾਲੀ ਨੂੰ ਕਿੱਥੇ ਬੈਠਣ ਲਈ ਕਿਹਾ? ਕੰਡਕਟਰ ਨੇ ਭਰੀ ਹੋਈ ਬੱਸ ਵਿੱਚ ਪਾਲੀ ਨੂੰ ਅਗਲੀ ਸੀਟ 'ਤੇ ਝੋਲਾ ਚੁੱਕ ਕੇ ਬੈਠਣ ਲਈ ਕਿਹਾ। ਪਾਲੀ ਕਿਹੋ ਜਿਹੀਆਂ ਸਵਾਰੀਆਂ ਨਾਲ ਬੈਠਣਾ ਪਸੰਦ ਨਹੀਂ ਸੀ ਕਰਦੀ? ਮੋਟੀਆਂ ਸਵਾਰੀਆਂ ਨਾਲ। ਕਿਉਂ ਬੈਠਣਾ ਪਸੰਦ ਨਹੀਂ ਸੀ ਕਰਦੀ? ਕਿਉਂਕਿ ਉਸਦੇ ਕੱਪੜੇ ਵੱਟੋ ਵੱਟ ਹੋ ਜਾਂਦੇ ਸਨ। ਮੋਟੀਆਂ ਸਵਾਰੀਆਂ ਨਾਲ ਬੈਠਣ ਸਮੇਂ ਪਾਲੀ 'ਤੇ ਕੀ ਅਸਰ ਹੁੰਦਾ? ਮੋਟੀਆਂ ਸਵਾਰੀਆਂ ਨਾਲ ਬੈਠਣ ਸਮੇਂ ਉਸਦੇ ਕੱਪੜੇ ਵੱਟੋ ਵੱਟ ਹੋ ਜਾਂਦੇ ਸਨ ਅਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਨਾਲ ਉਹ ਘਬਰਾ ਜਾਂਦੀ, ਉਸਦਾ ਸਿਰ ਚਕਰਾਉਣ ਲੱਗਦਾ। ਪਾਲੀ ਦੀ ਤਨਖਾਹ ਕਿੰਨੀ ਸੀ? ਪਾਲੀ ਦੀ ਤਨਖਾਹ 300 ਰੁਪਏ ਮਹੀਨਾ ਸੀ। ਕੰਡਕਟਰ ਨੇ ਪਾਲੀ ਨੂੰ ਕਿਹੜੀ ਸੀਟ 'ਤੇ ਬੈਠਣ ਲਈ ਕਿਹਾ ਸੀ? ਕੰਡਕਟਰ ਨੇ ਕਿਹਾ ਸੀ, ਚਲੋ ਬੀਬੀ ਬੈਠੋ ਅਗਲੀ ਸੀਟ 'ਤੇ। ਰੋਜ਼ ਪਟਿਆਲੇ ਜਾਣ ਵਾਲੇ ਕਲਰਕ ਨੇ ਪਾਲੀ 'ਤੇ ਵਿਅੰਗ ਕੱਸਦਿਆਂ ਕੀ ਕਿਹਾ? ਉਹਨੇ ਵਿਅੰਗ ਕੱਸਦਿਆਂ ਕਿਹਾ ਸੀ, ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ? ਅੱਗੇ ਹੈ, ਜਦੋਂ ਚੈਕਰ ਟਿਕਟਾਂ ਚੈੱਕ ਕਰ ਰਿਹਾ ਸੀ ਤਾਂ ਪਾਲੀ ਦੀ ਹਾਲਤ ਕਿਹੋ ਜਿਹੀ ਹੋ ਰਹੀ ਸੀ? ਜਦੋਂ ਚੈਕਰ ਟਿਕਟਾਂ ਚੈੱਕ ਕਰ ਰਿਹਾ ਸੀ ਤਾਂ ਪਾਲੀ ਤੇਲੀਓ ਤੇਲੀ ਹੋ ਰਹੀ ਸੀ, ਭਾਵ ਕਿ ਘਬਰਾ ਰਹੀ ਸੀ, ਕਿਉਂਕਿ ਉਸ ਕੋਲ ਟਿਕਟ ਨਹੀਂ ਸੀ। ਕੰਡਕਟਰ ਨੇ ਚੈਕਰ ਨੂੰ ਪਾਲੀ ਦੀ ਟਿਕਟ ਬਾਰੇ ਕੀ ਕਿਹਾ? ਇਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ। ਸ਼ਾਮ ਨੂੰ ਜਦੋਂ ਪਾਲੀ ਬੱਸ ਅੱਡੇ ਪਹੁੰਚੀ ਤਾਂ ਜੀਤ ਉਸ ਨੂੰ ਕਿਸ ਹਾਲਤ 'ਚ ਮਿਲਿਆ? ਬੜੀ ਉਦਾਸ ਹਾਲਤ ਵਿੱਚ ਮਿਲਿਆ। ਜੀਤ ਨੇ ਪਾਲੀ ਨੂੰ ਆਪਣੀ ਭੈਣ ਬਾਰੇ ਕੀ ਦੱਸਿਆ? ਜੀਤ ਨੇ ਦੱਸਿਆ ਕਿ ਉਸਦੀ ਭੈਣ ਲਾਹੌਰ, ਪਾਕਿਸਤਾਨ ਵਿਖੇ ਡਾਕਟਰੀ ਵਿੱਚ ਪੜ੍ਹਦੀ ਸੀ ਅਤੇ ਹੱਲਿਆਂ ਵੇਲੇ ਉੱਥੇ ਹੀ ਮਾਰੀ ਗਈ। ਉਸਦੀ ਭੈਣ ਦਾ ਨਾਂ ਅਮਰਜੀਤ ਸੀ ਅਤੇ ਉਹ ਜਦੋਂ ਹੁਣ ਪਾਲੀ ਵੱਲ ਦੇਖਿਆ, ਉਸ ਦੀਆਂ ਟੂਟੀਆਂ ਵੱਲ ਦੇਖ ਕੇ ਅਤੇ ਉਸਦੇ ਲਿਬਾਸ ਵੱਲ ਦੇਖ ਕੇ ਉਸਨੂੰ ਆਪਣੀ ਭੈਣ ਦੀ ਯਾਦ ਆ ਜਾਂਦੀ ਸੀ। ਅੰਤ ਵਿੱਚ ਪਾਲੀ ਕੰਡਕਟਰ ਨੂੰ ਕਿਸ ਨੀਅਤ ਨਾਲ ਵੇਖਦੀ ਹੈ? ਅੰਤ ਵਿੱਚ ਪਾਲੀ ਕੰਡਕਟਰ ਜੀਤ ਨੂੰ ਮੋਹ ਭਿੱਜੀਆਂ ਅੱਖਾਂ ਨਾਲ ਵੇਖਦੀ ਹੈ, ਕਿਉਂਕਿ ਉਸਨੂੰ ਸਮਝ ਲੱਗ ਜਾਂਦੀ ਹੈ ਕਿ ਜੀਤ ਤਾਂ ਉਸਨੂੰ ਆਪਣੀ ਭੈਣ ਸਮਝ ਰਿਹਾ ਸੀ। ਬੱਸ ਕੰਡਕਟਰ ਕਹਾਣੀ ਕਿਸ ਦੀ ਰਚਨਾ ਹੈ? ਸੋ ਇਹ ਕਹਾਣੀ ਦਲੀਪ ਕੌਰ ਟਿਵਾਣਾ ਦੀ ਰਚਨਾ ਹੈ। ਬੱਸ ਕੰਡਕਟਰ ਕਹਾਣੀ ਕਿਹੋ ਜਿਹੀ ਕਹਾਣੀ ਹੈ? ਮਨੋਵਿਗਿਆਨਕ ਅਤੇ ਭਾਵਨਾਤਮਕ ਕਹਾਣੀ ਹੈ।
ਸੋ ਪਿਆਰੇ ਬੱਚਿਓ, ਅੱਜ ਲਈ ਸਿਰਫ ਇੰਨਾ ਹੀ। ਧੰਨਵਾਦ।